ਦੋਸਤੋ ਇੱਕ ਅਮਰੀਕਨ ਗੋਰਾ ਜਿਹਦੀ ਉਮਰ 49 ਸਾਲ ਹੈ, ਉਹਦੀ ਰਸ਼ੀਅਨ ਬੀਵੀ ਜਿਹਦੀ ਉਮਰ 40 ਸਾਲ ਹੈ, ਦੋਵੇਂ ਮੀਆਂ ਬੀਵੀ ਸੈਨ ਫਰਾਂਸਿਸਕੋ 에ਅਰਪੋਰਟ ਤੋਂ ਇੱਕ ਡੋਮੈਸਟਿਕ ਫਲਾਈਟ ਤੇ ਸਫ਼ਰ ਕਰਨ ਲੱਗੇ ਸਨ। ਜਿਸ ਤਰ੍ਹਾਂ ਹੀ ਉਹ ਸੈਨ ਫਰਾਂਸਿਸਕੋ 에ਅਰਪੋਰਟ ਤੇ ਪਹੁੰਚੇ, TSA ਕਲੀਅਰ ਕੀਤਾ, ਆਈਸ ਨੇ ਉਹਨਾਂ ਨੂੰ ਰੋਕ ਲਿਆ ਔਰ ਉਹਦੀ ਜਿਹੜੀ ਰਸ਼ੀਅਨ ਬੀਵੀ ਜਿਹਦੇ ਕੋਲ ਰਸ਼ੀਅਨ ਨੈਸ਼ਨੈਲਿਟੀ ਹੈ ਉਹਦੇ ਕੋਲੋਂ ਸਵਾਲ ਕੀਤੇ। ਹੁਣ ਉਹ ਅਮਰੀਕਨ ਦੀ ਬੀਵੀ ਹੈ ਲੇਕਿਨ ਉਹਦੇ ਕੋਲੋਂ ਸਵਾਲ ਕੀਤੇ 15 ਮਿੰਟ ਔਰ 15 ਮਿੰਟ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ, ਉਹਨੂੰ ਡਿਟੈਂਸ਼ਨ ਸੈਂਟਰ ਲੈ ਗਏ। ਬੜਾ ਹੀ ਇੰਪੋਰਟੈਂਟ ਕੇਸ ਹੈ, ਆਖਰ ਤੱਕ ਸੁਣਨਾ। ਹਜ਼ਾਰਾਂ ਲੱਖਾਂ ਲੋਕਾਂ ਦਾ ਫਿਊਚਰ ਇਸ ਕੇਸ ਦੇ ਨਾਲ ਜੁੜਿਆ ਜਾਂ ਇਸ ਕੇਸ ਦੇ ਨਾਲ ਮਿਲਦੇ ਜੁਲਦੇ ਕੇਸ ਉਹਨਾਂ ਦੇ ਹੈਗੇ ਨੇ। ਹੁਣ ਆਨੇ ਆ ਇਸ ਕੇਸ ਨੂੰ ਰਿਵਰਸ ਕਰਨੇ ਆ। ਜਨਾਬ ਇਹ ਲੜਕੀ ਜਿਹੜੀ ਹੈ 2021 ਦੇ ਵਿੱਚ ਅਮਰੀਕਾ ਆਈ ਵਿਜ਼ਿਟ ਵੀਜ਼ੇ ਦੇ ਉੱਤੇ। ਉਸ ਤੋਂ ਬਾਅਦ ਇਹਨੇ 2 ਐਕਸਟੈਂਸ਼ਨਾਂ ਲਈਆਂ ਜਿਹੜੀਆਂ ਇਹ ਅੱਗੇ ਸਾਬਤ ਹੋਣੀਆਂ ਨੇ, ਜਾ ਕੇ ਅੱਗੇ ਦੱਸਾਂਗਾ। 2 ਐਕਸਟੈਂਸ਼ਨ ਲਈਆਂ 6-6 ਮਹੀਨੇ ਦੀਆਂ। ਦੂਸਰੀ ਐਕਸਟੈਂਸ਼ਨ ਤੋਂ ਬਾਅਦ ਇਹਨੇ ਅਸਾਈਲਮ ਅਪਲਾਈ ਕਰਤਾ 2022 ਦੇ ਵਿੱਚ। 2022 ਚ ਅਸਾਈਲਮ ਅਪਲਾਈ ਕਰਕੇ ਵਰਕ ਪਰਮਿਟ ਲਿਆ, ਆਪਣਾ ਸਾਰਾ ਨਿਜ਼ਾਮ ਜਿਸ ਤਰ੍ਹਾਂ ਚੱਲਦਾ ਉਹ ਨਾਰਮਲ ਚੱਲਣਾ ਸ਼ੁਰੂ ਹੋ ਗਿਆ। 2025 ਦੇ ਵਿੱਚ ਇਹਨੇ ਜਨਾਬ ਵਾਲਾ ਇਸ ਲੜਕੇ ਨਾਲ ਸ਼ਾਦੀ ਕਰ ਲਈ। 2026 ਅਪ੍ਰੈਲ ਯਾਨੀ ਇਸ ਸਾਲ ਇਹਨੇ ਐਡਜਸਟਮੈਂਟ ਆਫ ਸਟੇਟਸ ਯਾਨੀ ਕਿ ਸਪੋਜ਼ ਵੀਜ਼ਾ ਦਾ ਜਿਹੜਾ ਗ੍ਰੀਨ ਕਾਰਡ ਹੈ ਉਹ ਅਪਲਾਈ ਕਰਤਾ ਅਪ੍ਰੈਲ ਦੇ ਵਿੱਚ, ਜਿਹੜਾ ਨਾਰਮਲ ਚੀਜ਼ ਹੈ, ਅਪਲਾਈ ਹੁੰਦਾ ਹੈ। ਹੁਣ ਉਹ ਜਦੋਂ ਉਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਨਾਂ ਨੇ ਕਿਹਾ ਜੀ ਇਹ ਲੜਕੀ ਓਵਰਸਟੇ ਵੇ, ਇਹ ਆਪਣੇ ਵੀਜ਼ੇ ਤੋਂ ਓਵਰਸਟੇ ਹੋ ਚੁੱਕੀ ਹੈ। ਓਵਰਸਟੇ ਕਿਸ ਤਰ੍ਹਾਂ ਹੋਈ ਕਿ ਜਿਹੜਾ ਦਾ ਵਿਜ਼ਿਟ ਵੀਜ਼ਾ ਸੀ ਉਹ ਖਤਮ ਹੋ ਗਿਆ ਸੀ। ਹੁਣ ਇਹ ਗੱਲ ਤੁਸੀਂ ਵੀ ਪਹਿਲੀ ਦਫਾ ਸੁਣ ਰਹੇ ਹੋ, ਪਹਿਲੀ ਦਫਾ ਇਹ ਹੋ ਰਹੀਆਂ ਨਾ। ਮੈਂ ਤਾਂ ਇਹਦੇ ਤੋਂ 2-3 ਵੀਡੀਓ ਪਹਿਲੇ ਬਣਾ ਚੁੱਕਿਆ ਕਿ ਹੁਣ ਜਿਹਦੇ ਬੰਦੇ ਦਾ ਕੇਸ ਪੈਂਡਿੰਗ ਹੈ, ਲੀਗਲ ਕੇਸ ਦੀ ਗੱਲ ਹੋ ਰਹੀ ਹੈ, ਲੀਗਲ ਕੇਸ ਪੈਂਡਿੰਗ, ਉਹਨੇ ਸ਼ਾਦੀ ਕਰ ਲਈ ਹੈ, ਉਹਨੇ ਚੇਂਜ ਆਫ ਸਟੇਟਸ ਕਰ ਰਿਹਾ ਹੈ, ਉਹਨੇ ਜਨਾਬ ਆਪਣਾ ਵਰਕ ਵੀਜ਼ਾ ਅਪਲਾਈ ਕੀਤਾ ਹੈ, ਇਹ ਪੈਂਡਿੰਗ ਹੈ। ਲੇਕਿਨ ਉਹਦਾ ਜਿਹੜਾ ਵਿਜ਼ਿਟ ਵੀਜ਼ੇ ਦਾ ਜਾਂ ਨਾਨ ਇਮੀਗ੍ਰੈਂਟ ਵੀਜ਼ੇ ਦਾ ਟਾਈਮ ਸੀ ਉਹ ਖਤਮ ਹੋ ਗਿਆ ਹੈ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ। ਉਹਨਾਂ ਨੂੰ ਹੁਣ ਓਵਰਸਟੇ ਦੀ ਕੈਟੇਗਰੀ 'ਚ ਲਾਇਆ ਜਾ ਰਿਹਾ। ਬੜਾ ਹੀ ਇੰਪੋਰਟੈਂਟ ਚੀਜ਼ ਹੈ। ਹੁਣ ਅੱਗੇ ਕੀ ਹੋਇਆ? ਹੁਣ ਜਨਾਬ ਵਾਲਾ ਕੀ ਕੀਤਾ ਇਹਨਾਂ ਨੇ, ਉਹਨੂੰ $35,000 ਦੇ ਉੱਤੇ ਬੌਂਡ ਦੇ ਦਿੱਤਾ, ਉਹਨੂੰ ਛੱਡਤਾ, ਲੇਕਿਨ ਨਾਲ ਉਹਨੂੰ ਐਂਕਲ ਮੋਨੀਟਰ ਲਾਤਾ ਹੈ। ਉਹ ਟਖਨੇ ਦੇ ਉੱਤੇ, ਗਿੱਟੇ ਦੇ ਉੱਤੇ ਉਹ ਲਾ ਦਿੰਦੇ ਨਾ ਮੋਨੀਟਰ, ਪਤਾ ਲੱਗਦਾ ਕਿੱਥੇ ਜਾ। ਉਹਦੀ ਵੀ ਰੋਜ਼ਾਨਾ ਦੀ ਫੀਸ ਹੁੰਦੀ, ਜੇ ਪਹਿਲੇ ਤਾਂ $20 ਰੋਜ਼ਾਨਾ ਦੀ, ਸਾਨੂੰ ਹੁਣ ਪਤਾ ਨਹੀਂ ਕਿੰਨਾ, ਉਹ ਲਾਤਾ ਹੈ। ਔਰ ਉਹਨੂੰ 22 ਅਕਤੂਬਰ ਦੀ ਡੇਟ ਦੇ ਦਿੱਤੀ ਗਈ ਹੈ ਕਿ ਬਈ 22 ਅਕਤੂਬਰ ਨੂੰ ਇਹਦੀ ਪੇਸ਼ੀ ਹੋਏਗੀ। ਹੁਣ ਉਹ ਜਿਹੜਾ ਕੇਸ ਬੜਾ ਇੰਪੋਰਟੈਂਟ ਹੈ ਹਜ਼ਾਰਾਂ ਲੱਖਾਂ ਲੋਕਾਂ ਵਾਸਤੇ। ਉਹਦੇ 'ਚ ਹੁਣ ਫੈਸਲਾ ਹੋਏਗਾ ਕਿ ਇਹਦਾ ਐਡਜਸਟਮੈਂਟ ਆਫ ਸਟੇਟਸ ਕਰਨਾ ਹੈ, ਇਹ ਲੀਗਲ ਸੀ, ਕਿਉਂਕਿ ਇਹਦਾ ਵਕੀਲ ਕਹਿ ਰਿਹਾ ਕਿ ਨਹੀਂ ਉਹਦਾ ਸਟੇਟਸ ਆਊਟ ਨਹੀਂ ਹੋਇਆ, ਉਹ ਲੀਗਲ, ਉਹਨੇ ਆਪਣਾ ਐਡਜਸਟਮੈਂਟ ਆਫ ਸਟੇਟਸ ਅਪਲਾਈ ਕੀਤਾ, ਅਸਾਈਲਮ ਉਹਦਾ ਪੈਂਡਿੰਗ ਹੈ। ਹੁਣ ਅਦਾਲਤ ਕਹੇਗੀ ਕਿ ਹਾਂ ਬਈ ਐਡਜਸਟਮੈਂਟ ਆਫ ਸਟੇਟਸ ਕਰਨਾ ਹੈ ਜਾਂ ਇਹਨੂੰ ਹੁਣ ਡਿਪੋਰਟ ਕਰਨਾ ਹੈ, ਕਿਉਂਕਿ ਆਈਸ ਨੇ ਉਹਨੂੰ ਰਿਮੂਵਲ 'ਚ ਪਾਤਾ, ਉਹਦਾ ਹੁਣ ਰਿਮੂਵਲ ਪ੍ਰੋਸੈਸ ਚੱਲ ਰਿਹਾ ਹੈ। ਇਸ ਕੇਸ ਦੇ ਉੱਤੇ ਹਜ਼ਾਰਾਂ ਲੱਖਾਂ ਲੋਕਾਂ ਦੇ ਕੇਸਾਂ ਦਾ ਫੈਸਲਾ ਹੋਏਗਾ, ਕਿਉਂਕਿ ਪਹਿਲੇ ਕੀ ਸਟੋਰੀ ਸੀ, ਉਹ ਤੁਸੀਂ ਜਦੋਂ ਆਂਦੇ ਸੋਵਰ ਤੁਹਾਡਾ ਭਾਵੇਂ ਕੇਸ ਖਤਮ ਹੋ ਗਿਆ ਹੈ, ਉਹ ਯਾਨੀ ਵੀਜ਼ਾ ਖਤਮ ਹੋ ਗਿਆ ਹੈ, ਨਾਨ ਇਮੀਗ੍ਰੈਂਟ 6 ਮਹੀਨੇ ਲੰਘ ਗਏ ਨੇ, ਫਿਰ ਵੀ ਤੁਸੀਂ ਅਪਲਾਈ ਕਰ ਦਿੰਦੇ ਸੋ, ਫਿਰ 8 ਮਹੀਨੇ ਬਾਅਦ 6 ਮਹੀਨੇ ਬਾਅਦ ਗ੍ਰੀਨ ਕਾਰਡ ਮਿਲ ਜਾਏ, ਸਭ ਲੀਗਲ ਹੈ। ਯਾਨੀ ਇੱਕ ਵਾਰੀ ਐਡਜਸਟਮੈਂਟ ਆਫ ਸਟੇਟਸ ਕਰ ਦਿੱਤਾ, ਤੁਸੀਂ ਫਾਰਗ ਹੋ ਗਏ, ਤੁਸੀਂ ਲੀਗਲ ਹੋ। ਹੁਣ ਉਹ ਨਹੀਂ ਮੰਨ ਰਹੇ ਇਸ ਗੱਲ ਨੂੰ। ਕਿੰਨੇ ਮੈਂ ਤੀਸਰਾ ਜਾਂ ਚੌਥਾ ਮੇਰਾ ਵੀਡੀਓ ਇਸ ਮੌਜੂਦ ਦੇ ਉੱਤੇ, ਜਿਹੜੇ ਕੇਸ ਆਂਦੇ ਕੇਸ ਬਹੁਤ ਸਾਰੇ ਨੇ, ਲੇਕਿਨ ਕੁਝ ਕੇਸ ਐਸੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਮੈਂ ਵੇਟ ਕਰ ਰਿਹਾ ਹੁੰਦਾ ਕਿ ਇਹ 'ਚ ਕੋਈ ਚੀਜ਼ ਨਿਕਲੇ। ਇਹਦੇ 'ਚ ਇਹ ਚੀਜ਼ ਨਿਕਲੀ ਹੈ ਕਿ ਇਹਨਾਂ ਦੀ ਸ਼ਾਦੀ ਹੋ ਗਈ ਸੀ। ਇਹ ਸਿਰਫ ਕੱਲਾ ਅਸਾਈਲਮ ਦਾ ਕੇਸ ਨਹੀਂ, ਕੁਝ ਕੇਸ ਆਏ ਨੇ ਜਿਨ੍ਹਾਂ ਦਾ ਅਸਾਈਲਮ ਪੈਂਡਿੰਗ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਤੇ ਸ਼ਾਦੀ ਕਰ ਲਈ ਸੀ ਲੜਕੀ ਨੇ। ਇਸ ਵਾਸਤੇ ਇਹ ਕੇਸ ਬਹੁਤ ਇੰਪੋਰਟੈਂਟ ਹੈ। ਹੁਣ ਇਹਦਾ ਰਿਜ਼ਲਟ ਕੀ ਨਿਕਲਦਾ ਇਹ ਤੇ ਪਤਾ ਲੱਗੇਗਾ। ਹੁਣ ਜੋ ਨਜ਼ਰ ਆ ਰਿਹਾ, ਜੋ ਮੇਰਾ ਖਿਆਲ ਹੈ, ਐਡਮਿਨਿਸਟ੍ਰੇਸ਼ਨ ਹੁਣ ਇਸ ਟਾਈਮ ਇਹ ਚਾਹੁੰਦੀ ਹੈ ਕਿ ਇਹ ਵਿਜ਼ਿਟ ਅਗਰ ਆਉਂਦੇ ਨੇ, ਵਿਜ਼ਿਟ ਕਰਕੇ ਵਾਪਸ ਜਾਣ, ਆਪਣਾ ਜਿਹੜਾ ਐਡਜਸਟਮੈਂਟ ਆਫ ਸਟੇਟਸ ਜਿਹੜਾ ਲੀਗਲ ਹੱਕ ਹੈ ਉਹ ਆਪਣੇ ਮੁਲਕ 'ਚੋਂ ਕਰਨ ਜਾ ਕੇ, ਕਿਉਂਕਿ ਪ੍ਰੋਸੈਸ ਲੰਬਾ ਹੈ। ਜੋ 6 ਮਹੀਨੇ ਤੋਂ ਜ਼ਿਆਦਾ ਹੋ ਜਾਂਦੇ ਨੇ ਤੇ ਆਊਟ ਆਫ ਸਟੇਟਸ ਹੋ ਜਾਂਦੇ ਨੇ। ਪਹਿਲੇ ਉਹਨੂੰ ਆਊਟ ਆਫ ਸਟੇਟਸ ਨਹੀਂ ਗਿਣਿਆ ਜਾਂਦਾ ਸੀ, ਹੁਣ ਉਹਨੂੰ ਆਊਟ ਆਫ ਸਟੇਟਸ ਗਿਣਿਆ ਜਾ ਰਿਹਾ ਹੈ। ਤੇ ਲੈਟ ਸੀ ਹੁਣ ਅਦਾਲਤ ਕੀ ਫੈਸਲਾ ਕਰਦੀ ਹੈ, ਅੱਗੇ ਫਿਊਚਰ 'ਚ ਕੀ ਹੁੰਦਾ ਔਰ ਕੀ ਕੇਸ ਹੁੰਦੇ ਨੇ। ਅਗਰ ਤੁਹਾਡੇ ਇਰਦ ਗਿਰਦ ਵੀ ਕੋਈ ਇਹੋ ਜਿਹਾ ਕੇਸ ਹੋਇਆ ਤਾਂ ਪਲੀਜ਼ ਕਮੈਂਟ 'ਚ ਜ਼ਰੂਰ ਦੱਸਣਾ। ਥੈਂਕ ਯੂ ਸੋ ਮਚ।